अपना कतल कर छड़िया, बड़ी बेदर्दी नाल कतल किया सरफराज ने। उसे बेटे ने पहला मार के सुटिया, फिर उतों मेरे सामने उन्हें गोलियां मारियां। ये हसन मुराद ने ना गुंडे रखे ने कब्जा करन वाले। गोलियां मारियां मेरे सामने, लक दे विच गोली, ओदियां बोटियां ही उड़ गईयां, पहला कपड़ियां दी। आपस च भी गुत्थम गुत्थी होए हैं तो सरफराज ने उन्होंने कहा है कि भी इन्होंने फायर मार दो। अस्सलाम वालेकुम नाज़रीन, मैं हूं एडी मलिक और इस वक्त सियालकोट के इलाका कुल्लूवाल में मौजूद हूं, जहां ईद से कुछ रोज़ पहले दो बच्चों के बाप को बड़ा बेदर्दी से गोलियां मारकर कत्ल कर दिया। ये कातिल कोई और नहीं बल्कि इसी इलाके के बाअसर गैर कानूनी सोसाइटी के मालिकान थे, जिनकी गैर कानूनी सोसाइटी में जो वापटा के साथ मिली भगत करके जो गैर कानूनी तौर पर जो 11 केवी की जो तारें थी वो इनके घर के बिल्कुल ऊपर से गुजर रही थी। इससे पहले, इस हादसे से पहले, इनका एक 8 साला बच्चा उस बिजली की तारों की जद में आकर वो अपने दो बाजुओं से महरूम हो चुका है। ये वाकया किस तरह से पेश आया, कैसे इनके बेटे को कत्ल किया और क्या पुलिस ने इन कातलों को गिरफ्तार किया या अभी भी ये लोग आला हुकाम से मुतालबा कर रहे हैं कि हमें इंसाफ दिया जाए। हमारे साथ मकतूल की वालिदा और उनके कुछ अजीज़ मौजूद हैं, इनसे सारा वाकया जानते हैं कि क्या हुआ था जो आपके बेटे को बेदर्दी से कत्ल कर दिया और ये कातिल जो गैर कानूनी सोसाइटी चला रहे हैं ये कौन लोग हैं। अस्सलाम वालेकुम माँ जी। माँ जी की होया सी बेटे दे नाल, किवें कत्ल होया बेटा? बेटे नूं ना कतल कर छड़िया, बड़ी बेदर्दी नाल कतल किया सरफराज ने। उसे बेटे ने पहला मार के सुटिया, फिर उतों मेरे सामने उन्हें गोलियां मारियां। मरे होए नूं गोलियां मारियां? मारे, मेरे पैरां सुट के उन्हें गोलियां मारियां, मेरे सामने लक दे विच गोली, ओदियां बोटियां ही उड़ गईयां, पहला कपड़ियां दी उड्डियां, फिर ओदियां उड्डियां मेरे सामने। फिर मैं दौड़ के उधर। माँ जी, ये जिहड़ा सरफराज जिहदा तुसीं नाम लै रहे हो कौन हैगा जे? एक घुम्मा ने। ਤੇ ਇਹਨੇ ਤੁਹਾਡੀ ਕੋਈ ਦੁਸ਼ਮਣੀ ਸੀ ਇਹਦੇ ਨਾਲ? ਕੋਈ ਦੁਸ਼ਮਣੀ ਨਾ, ਮੇਰੇ ਭਾਈਆਂ ਦੀ ਦੁਸ਼ਮਣੀ ਕਿਸੇ ਨਾਲ। ਸਾਡੇ ਪੈਲੀ ਨਾ ਪੈਲੀ, ਉਹਨਾਂ ਦੀ ਕੋਈ ਦੁਸ਼ਮਣੀ ਨਾ, ਕਿਸੇ ਨਾਲ ਵੀ ਨਹੀਂ ਦੁਸ਼ਮਣੀ। ਇਹ ਹੀ ਦੁਸ਼ਮਣੀ ਜਿਹੜੀ ਤਾਰ ਨਾਲ ਲੱਗਾ, ਉਹਨਾਂ ਨੂੰ ਰਾਹ ਦਿੱਤਾ ਹੈ। ਤੁਸੀਂ ਰਾਹ ਦਿੱਤਾ ਸੀ ਉਹਨਾਂ ਨੂੰ? ਮੇਰੇ ਭਾਈਆਂ ਨੇ ਦਿੱਤਾ ਉਹਨਾਂ ਨੂੰ ਰਸਤਾ। ਤੇ ਕਿਉਂ ਦਿੱਤਾ ਸੀ ਰਸਤਾ ਜਦੋਂ ਤੁਹਾਡਾ ਪਤਾ ਹੈ ਕਿ ਇਹ ਗੈਰ ਕਾਨੂੰਨੀ ਸੁਸਾਇਟੀ ਬਣਾ ਰਹੇ ਸੀ? ਉਹਨਾਂ ਨੇ ਨਾ ਕੋਈ ਵੀ ਪਤਾ ਵੀ ਕੀ ਕਰਦੇ ਨੇ, ਉਹਨਾਂ ਨੂੰ ਪਤਾ ਹੀ ਤੇ ਉਸ ਦਿਨ ਕੀ ਲੜਾਈ ਕਿਸੇ ਦੇ ਨਾਲ ਹੋਈ ਸੀ? ਕੋਈ ਲੜਾਈ ਨਹੀਂ ਹੋਈ। ਉਹ ਕਰੇਨ ਲੈ ਕੇ ਆਪਣਾ ਰਸਤਾ ਪੁੱਟਣ ਗਿਆ, ਆਪਣਾ ਦੁੱਖ ਮਕਾਉਣ ਲਗਾ ਸੀ। ਉਹਨਾਂ ਮੈਨੂੰ ਪੁੱਛਿਆ ਨਹੀਂ ਮੇਰਾ ਇੰਨਾ ਨੁਕਸਾਨ ਹੋਇਆ, ਤੇ ਉਹ ਲੈ ਕੇ ਗਿਆ ਕਰੇਨ। ਉਹਨਾਂ ਆ ਕੇ ਛਾਲਾ ਮਾਰ ਕੇ ਤੇ ਫੜ ਲਿਆ ਇਹਨਾਂ ਸਾਰਿਆਂ ਨੂੰ। ਰਸਲਾ ਲੈ ਕੇ ਇਹਨਾਂ ਕੋਲ ਕੋਈ ਸ਼ੈ, ਇਹਨਾਂ ਨੂੰ ਪਤਾ ਹੀ ਉਹਨਾਂ ਆਉਣਾ ਹੀ ਨਹੀਂ, ਜਾਏ ਤੇ ਉਹਨਾਂ ਆਖਣਾ ਹੀ ਕੁਛ ਨਹੀਂ। ਸਾਡਾ ਉਹਨਾਂ ਨਾਲ ਮੁਤਾਲਬਾ ਹੀ ਕੋਈ ਨਹੀਂ, ਸਾਡਾ ਕੋਈ ਹਸਨ ਮਰਾਦ ਆਂਦੇ ਨੇ ਉਹਦੇ ਨਾਲ ਮੁਤਾਲਬਾ। ਬਸ ਇਹੀ ਹੋਇਆ। ਤੇ ਤੁਹਾਡੇ ਬੇਟੇ ਦਾ ਕੀ ਨਾਮ ਸੀ ਤੇ ਉਹਦੇ ਕਿੰਨੇ ਬੱਚੇ ਹੈਗੇ ਨੇ? ਅਸਦੁੱਲਾ। ਅਸਦੁੱਲਾ ਦੇ ਕਿੰਨੇ ਬੱਚੇ ਹੈਗੇ? 2 ਬੱਚੇ ਜੇ, ਇੱਕ ਬੇਟੀ ਤੇ ਇੱਕ ਬੇਟਾ। ਤੇ ਅਸਦੁੱਲਾ ਕੀ ਕੰਮ ਕਰਦਾ ਸੀ? ਮਿਸਤਰੀਆਂ ਦਾ ਕੰਮ ਕਰਦਾ ਹੈ, ਮਜ਼ਦੂਰੀ। ਤੇ ਮਾਂ ਜੀ, ਮਜ਼ਦੂਰੀ ਕਰਦਾ ਸੀ ਤੁਹਾਡਾ ਬੇਟਾ ਤੇ ਐਡੇ ਬਾਅਸਰ ਲੋਕਾਂ ਦੇ ਨਾਲ ਉਹਦੀ ਕਿਵੇਂ ਲੜਾਈ ਹੋ ਗਈ? ਕਿਉਂ ਉਹਨਾਂ ਦਾ ਰਸਤਾ ਬੰਦ ਕਰਦਾ ਪਿਆ ਸੀ? ਮਾਮੂਆਂ ਛਡਾਣ ਗਿਆ ਸੀ। ਔਰ ਅੱਛਾ, ਉਹਦਾ ਉਹ ਸਿਰਫ ਕਿਸੇ ਨਾਲ ਛਡਾਉਣ ਗਿਆ ਸੀ? ਛਡਾਣ ਗਿਆ ਸੀ ਉਹਨਾਂ ਨੂੰ। ਉਹ ਲੜਦੇ, ਉਹ ਜਦੋਂ ਆ ਕੇ ਉਹਨਾਂ ਨੂੰ ਪੈ ਗਏ, ਅਸੀਂ ਵੀ ਉੱਥੇ ਹੀ ਸਾਂ, ਭੈਣਾਂ ਵੀ ਸਾਰੀਆਂ ਉੱਥੇ ਹੀ ਸਾਂ। ਤੇ ਉਹ ਜਦੋਂ ਆ ਕੇ ਉਹ ਲੱਗ ਪਏ ਨੇ ਤੇ ਉਹ ਛਡਾਣ ਗਿਆ। ਛਡਾਣ ਲੱਗਾ ਤੇ ਉਹਨਾਂ ਮਾਰ ਕੇ, ਪਹਿਲਾਂ ਉਹਨਾਂ ਨੇ ਉਹ ਬੱਟ ਮਾਰਿਆ ਉਹਦੇ ਸਿਰ ਦੇ ਵਿੱਚ, ਉਹਨਾਂ ਸੁੱਟਿਆ। ਉਹ ਕਿੰਨੇ ਲੋਕ ਹੈਗੇ ਸੀ ਜਿਨ੍ਹਾਂ ਨੇ ਮਾਰਿਆ ਜੇ? 6 ਲੋਕ ਹਨ, 6-7 ਹਨ। ਉਹਨਾਂ ਨੇ ਸਾਰਿਆਂ ਨੂੰ ਪਿਸਟਲ ਗੰਨਾਂ ਫੜੀਆਂ ਨੇ, ਇਹਨਾਂ ਕੋਲ ਕੋਈ ਚੀਜ਼ ਨਹੀਂ ਸੀ। ਰਿਆਂਜੀ ਭਾਈਜਾਨ, ਤੁਸੀਂ ਦੱਸੋ ਕਿ ਉਸ ਦਿਨ ਸਾਰਾ ਵਾਕਿਆ ਕੀ ਹੋਇਆ ਸੀ ਤੇ ਇਹ ਜਿਹੜੇ ਬਾਅਸਰ ਲੋਕ ਨੇ ਇਹਨਾਂ ਦਾ ਕੀ ਇੱਥੇ ਮੁਤਾਲਬਾ ਸੀ? ਕਿਉਂ ਉਹਨਾਂ ਨੇ ਫਾਇਰਿੰਗ ਕਰ ਦਿੱਤੀ? ਤੁਹਾਡਾ ਭਾਂਜਾ ਉਹਦੀ ਫਾਇਰਿੰਗ ਦੀ ਜ਼ਦ ਵਿੱਚ ਆ ਕੇ ਕਤਲ ਹੋ ਗਿਆ। अस्सलामुअलैकुम जी सर, ਉਹਨਾਂ ਦਾ ਨਾਲ ਕੋਈ ਮੁਤਾਲਬਾ ਨਹੀਂ ਸੀ, ਕੋਈ ਹਿਸਾਬ ਦਾ ਨਹੀਂ ਸੀ। ਸਿਰਫ ਉਹ ਅੱਗੇ ਹਸਨ ਮੁਰਾਦ ਨੇ ਨਾ ਗੁੰਡੇ ਰੱਖੇ ਨੇ ਕਬਜ਼ਾ ਕਰਨ ਵਾਸਤੇ। ਅੱਛਾ, ਠੀਕ ਹੈ। ਔਰ ਉਹਨਾਂ ਦਾ ਨਾ ਰਸਤੇ ਨਾਲ ਕੋਈ ਮੁਤਾਲਬਾ ਹੈ, ਨਾ ਉਹਨਾਂ ਦੀ ਕੋਈ ਇੱਥੇ ਜਗ੍ਹਾ ਹੈ ਸਰਫਰਾਜ਼ ਘੁੰਮਣ ਦੀ। ਠੀਕ ਹੈ, ਨਾ ਉਹ ਕਿਸੇ ਰਸਤੇ ਲੈਣ ਦੇ ਵਿੱਚ ਹੈ, ਨਾ ਦੇਣ ਦੇ ਵਿੱਚ, ਕੋਈ ਉਹਦਾ ਕਿਸੇ ਕਿਸਮ ਦਾ ਕੋਈ ਮਾਮਲਾ ਨਹੀਂ ਇੱਧਰ। ਸਿਰਫ ਹਸਨ ਮੁਰਾਦ ਨੇ ਅੱਗੇ ਜਿਹੜਾ ਨਾ ਉਹ ਗੁੰਡੇ ਰੱਖੇ ਨੇ ਵੀ ਕੋਈ ਵੀ ਕਬਜ਼ਾ ਹੋਵੇ ਅੱਗੇ ਜਗ੍ਹਾ ਤੇ ਹੋਵੇ। ਆ ਨਾਲ ਸਾਡੇ ਪਿੰਡ ਅਗਲੇ ਦਿਨ ਦਿੱਤੋ ਵਾਲੀ ਉੱਥੇ ਕਬਜ਼ਾ ਕਰਨ ਵਾਸਤੇ ਹਸਨ ਮੁਰਾਦ ਨੇ ਇਹਨਾਂ ਨੂੰ ਹੀ ਘੱਲਿਆ ਸੀ। ਜਗ੍ਹਾ ਜਗ੍ਹਾ ਤੇ ਪਤਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਸਾਡਾ ਉਹਦੇ ਨਾਲ ਕੋਈ ਮੁਤਾਲਬਾ ਨਹੀਂ। ਸਾਡਾ ਤੇ ਬਲਕਿ ਪੁਰਾਣਾ ਬਚਪਨ ਤੋਂ 40 ਸਾਲ ਤੋਂ ਸਾਡਾ ਇਹਨਾਂ ਨਾਲ ਸਿਆਸੀ ਤਲਕ ਹੈ। ਸਾਡੀ ਇਹਨਾਂ ਦੀ ਜਗ੍ਹਾ ਵੀ ਸਾਂਝੀ ਹੈ, ਸਾਡਾ ਮਰਨ ਜੂਨ ਇਹਨਾਂ ਨਾਲ ਸਾਂਝਾ ਸੀ। ਸਾਡਾ ਇਹਨਾਂ ਨਾਲ ਕੋਈ ਮੁਤਾਲਬਾ ਨਹੀਂ ਸੀ ਕੋਈ। ਪਰ ਉਸ ਦਿਨ ਉਹਨੇ ਹਸਨ ਮੁਰਾਦ ਨੇ ਗੁੰਡੇ ਘੱਲੇ ਨੇ। ਸਰਫਰਾਜ਼ ਆਪ ਹੀ ਆਇਆ, ਉਹਦਾ ਬੱਚਾ ਨਾਲ, 2 ਬੇਟੇ, ਅਕੀਲ ਉਹਦਾ ਭਰਾ ਨਾਲ ਉਹਦੇ ਬੇਟੇ।
ਉਹ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਵੀ ਜੀ ਇਸ ਤਰ੍ਹਾਂ ਕਿਉਂ ਪੇ ਕਰਦੇ ਹੋ। ਅਸੀਂ ਕਿਹਾ ਠੀਕ ਹੈ ਅਸੀਂ ਨਹੀਂ ਕਰਦੇ ਕੋਈ ਵੀ, ਸਾਨੂੰ ਜਿਹੜੀ ਤਕਲੀਫ ਹੈ ਤੁਹਾਨੂੰ ਕਹਿੰਦੇ ਰਹੇ 8 ਮਹੀਨੇ ਤੋਂ। ਤੁਸੀਂ ਕੀ ਕਰਦੇ ਪਏ ਸੀ ਤੇ ਕਿਸ ਚੀਜ਼ ਦਾ ਮਸਲਾ ਹੈਗਾ ਸੀ? ਸਰ ਆਰਜੀ ਰਸਤਾ ਜਿਹੜਾ ਨਾ ਹਸਨ ਮੁਰਾਦ ਨੂੰ ਦਿੱਤਾ ਸੀ, ਇਹ ਕੋਈ ਸ਼ਰੇਆਮ ਨਹੀਂ, ਕੋਈ ਵੈਸੇ ਨਹੀਂ, ਕੋਈ ਵੀ ਲਿਖਤ ਪੜ੍ਹਤ ਜਾਂ ਉਹਦੇ ਮਾਮਲਾਤ ਕੋਈ ਨਹੀਂ ਸਨ ਕੋਈ ਵੀ। ਠੀਕ ਹੈ। ਤੇ ਉਹ ਕਹਿ ਰਹੇ ਆ ਤੁਸੀਂ ਆਪਣੀ ਪ੍ਰਾਪਰਟੀ ਦੇ ਚੋਂ ਰਸਤਾ ਦਿੱਤਾ ਸੀ? ਪ੍ਰਾਪਰਟੀ ਦੇ ਵਿੱਚ ਲੱਗੇ ਸੀ, ਆਪਣੀ ਪ੍ਰਾਪਰਟੀ ਦੇ ਵਿੱਚ ਲੱਗੇ ਸੀ। ਸਾਡਾ ਮੁਤਾਲਬਾ ਸਿਰਫ ਇਹ ਸੀ ਕਿ ਜਿਹੜੀ ਆ ਸਾਡੇ ਹਦੇ ਵੀ ਮੌਤ ਲਮਕਦੀ ਹੈ ਵੀ ਸਿਰ ਦੇ ਉੱਤੇ 11,000 ਕੇਵੀ ਕਿ ਹੋਰ ਵੀ ਅੰਦੇਸ਼ਾ ਹੈ, ਬੱਚੇ ਹੋਰ ਵੀ ਹੈ ਨੇ ਸਾਡੇ ਘਰ 'ਚ, ਬਿਲਕੁਲ। ਇਹਨਾਂ ਨੂੰ ਪਿੱਛੇ ਕਰ ਲਓ ਤੇ ਰਸਤਾ ਜਿਹੜਾ ਵੀ ਉਹ ਇੱਥੇ ਹੀ ਹੈ, ਕਿਤੇ ਵੀ ਨਹੀਂ ਗਿਆ ਕੋਈ ਵੀ ਰਸਤਾ। ਪਰ ਉਹਨਾਂ ਦੇ ਗੁੰਡਾ ਰਾਜ ਸੀ, ਉਹਨਾਂ ਦੇ ਸਿਰ ਤੇ ਹੁਣ ਸਵਾਰ ਸੀ ਤੇ ਉਹ ਆ ਕੇ ਤੇ ਮੇਰੇ ਨਾਲ ਉਹ ਸਰਫਰਾਜ਼ ਨੇ ਕੀਤੀ ਹੈ। ਅਸੀਂ ਆਪਸ ਜਦੋਂ ਵੀ ਗੁੱਥਾ ਮੁਗੱਥੀ ਹੋਏ ਆ ਤੇ ਉਹ ਸਰਫਰਾਜ਼ ਨੇ ਉਹਨਾਂ ਨੂੰ ਕਿਹਾ ਕਿ ਵੀ ਇਹਨਾਂ ਨੂੰ ਫੈਰ ਮਾਰ ਦਿਓ। ਭਾਂਜਾ ਮੇਰਾ ਛਡਵਾਉਂਦਾ ਸੀ ਪਿਆ, ਉਹਨੂੰ ਵੀ ਮਾਮੂ ਕਹਿ ਰਿਹਾ, ਮੈਨੂੰ ਵੀ ਮਾਮੂ ਛੱਡੋ। ਅੱਛਾ। ਤੇ ਉਹ ਬੱਚਾ ਉਹਨਾਂ ਦੀ ਹਿੱਟ ਲਿਸਟ ਤੇ ਆ ਗਿਆ ਸਾਹਮਣੇ ਤੇ ਉਹਨਾਂ ਪਹਿਲੇ ਬੱਟ ਮਾਰਿਆ, ਸੁੱਟਿਆ ਤੇ ਮਾਂ ਵੀ ਦੇਖਦੀ ਪਈ। ਅਸੀਂ ਆਪਣੇ ਘਰ ਦੇ ਵਿੱਚ ਆ, ਕੋਈ ਦੂਰ ਨਹੀਂ, ਕਿਸੇ ਹੋਰ ਜਗ੍ਹਾ ਤੇ ਨਹੀਂ ਕੋਈ ਵੀ। ਤੇ ਉਹ ਸਰਫਰਾਜ਼ ਨੇ ਇਹ ਸਾਰਾ ਕੰਮ ਕੀਤਾ ਹਸਨ ਦੇ ਕਹਿਣ ਤੇ। ਅੱਛਾ। ਸਾਰੇ ਮਾਰਿਆ ਸਰਫਰਾਜ਼ ਨੇ? ਫੈਰ ਜਿਹੜੇ ਮਾਰੇ ਨੇ ਉਹ ਸਰਫਰਾਜ਼ ਨੇ ਮਾਰੇ? ਸਰਫਰਾਜ਼ ਦੇ ਕਹਿਣ ਤੇ ਮਾਰਿਆ, ਉਹਦੇ ਬੇਟੇ ਨੇ ਤੇ ਉਹਦੇ ਭਤੀਜੇ ਨੇ। ਅੱਛਾ, ਉਹਨੇ ਆਪਣੇ ਬੇਟਿਆਂ ਕੋਲੋਂ ਫਾਇਰ ਮਰਵਾਏ? ਜੀ ਆਪੀ ਨੇ ਫਾਇਰ ਮਾਰਿਆ, ਕਿਉਂਕਿ ਆਪੀ ਸਿਆਸੀ ਬੰਦਾ ਹੈ ਨਾ, ਹੁਸ਼ਿਆਰ ਹੈ, ਪੁਰਾਣਾ ਹੈ, ਸਹੀ ਹੈ ਕਿ ਨਹੀਂ। ਆਪੀ ਨਹੀਂ ਉਹਨੇ ਫਾਇਰ ਮਾਰਿਆ, ਕੋਈ ਉਹਨੇ ਉਹਦੇ ਕਹਿਣ ਤੇ ਫਾਇਰ ਮਾਰਿਆ ਗਿਆ। ਅਸਦੁੱਲਾ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਸੀ? ਤਕਰੀਬਨ ਉਹਦੀ ਮੌਕੇ ਤੇ ਡੈਥ ਹੋ ਗਈ। ਕਿੰਨੇ ਫਾਇਰ ਵੱਜੇ ਸੀ? 2 ਫਾਇਰ ਉਹਨੂੰ ਲੱਗੇ ਨੇ, ਇੱਕ ਉਹਨੂੰ ਸਿਰ ਦੇ ਵਿੱਚ ਬੱਟ ਲੱਗਾ ਸੀ। ਉਹਨਾਂ ਦੀ ਵਾਲਦਾ ਕਹਿ ਰਹੀ 2 ਬੱਚੇ ਨੇ ਛੋਟੇ ਉਹਨਾਂ ਦੇ, ਤੇ ਉਹ ਤੇ ਰੁੱਲ ਜਾਣਗੇ ਜੀ। ਦੇਖੋ ਜੀ ਉਹਨਾਂ ਦਾ ਵੀ ਅੱਲਾਹ ਵਾਰਸ ਹੈ, ਕੋਈ ਭਾਈ ਨਾ ਉਹਦਾ ਕੋਈ ਭਾਈ ਨਾ ਭੈਣ, ਕੱਲਾ ਹੀ ਸੀ, ਇੱਕ ਹੀ ਬੇਟਾ ਸੀ ਮਾਂ ਜੀ ਤੁਹਾਡਾ? ਬੇਟਾ ਸੀ ਮੇਰਾ। बाजी बेवा ने काफी अरसे आप क्या लगते हैं भैया? मैं भी उसका मामू। अच्छा, तो आपको क्या पता चला कि आप उस वक्त मौके पर मौजूद थे? नहीं, मैं सऊदीया में था, सऊदीया से पता चला, मैं फिर उस दिन शाम को 6 बजे पहुंचा। अच्छा। तो फिर ये बड़ा अफसोसनाक वाकया कि पहले आप लोगों ने रास्ता दिया, फिर उसके बाद उन लोगों ने आपके बंदे को कत्ल कर दिया। ये बस जुल्म हुआ ना भाई, नेकी की थी, नेकी का ये सिला मिला हमको। कोई दुश्मनी नहीं। ये हसन मराद ने उनको गुंडा बना के आगे इधर पेश किया है। उनका सरफराज गुमन का इधर कोई लेना देना नहीं है अच्छा। किसी किस्म का। ये हसन मुराद के कहने पे इधर आए हैं। तो ये जो सोसाइटी बना रहे हैं, इस सोसाइटी का नाम क्या, और ये सरकारी तौर पर मंजूर है ये सोसाइटी? नहीं, कोई मंजूर नहीं है। अच्छा। ये आर्जी है, कोई उनकी गैर कानूनी सोसाइटी है? गैर कानूनी। ये जो तारे वगैरह लगी है खंबे, ये भी गैर कानूनी है। अच्छा, ये भी पैसे रिश्वत देकर लगवाई पैसे है? रिश्वत दे के लगे हैं। तो ये तो आपके लिए अभी मसला जो है वो वैसे का वैसा ही है? यही हमारी अपील थी। यही छोटे ने बोला था कि ये जो है ना तार वगैरह इसको हटा दो। इसका उसको गुबर था तो ये रास्ते पे आया है, तो हसन मुराद ने उसको सरफराज, उसके 2 बेटे अकील के 2 बेटे आके तो उन्होंने ये काम किया है। भजन आप क्या कहेंगे, आपका क्या लगता था? ये मेरा भांजा और मेरी फूफी का बेटा था। अच्छा। तो जालिमा ने बहुत बेदर्दी से उसे मारा है। कल्ला भाई था और बहुत नेक भाई था मेरा, हमारा बड़ा बेदर्दी से उसे कत्ल किया, हमारी आंखों के सामने उसने मारा लोग। अब क्या चाहते हैं, क्या होना चाहिए? कातल पुलिस ने पकड़ लिए हैं? ये 2 गिरफ्तार हुए हैं मुलजम, 4 अभी तक, 4-5 जो है ना अभी तक फरार हैं। पुलिस उसको नहीं पकड़ रही, वो वैसे ही जड़ा ना इधर ही घूम ਰਹੇ हैं? इधर ही घूम फिर रहे हैं। छोटे दरमियान ਮਾਂ ਜੀ ਤੁਸੀਂ ਕੀ ਕਹੋਗੇ, ਤੁਹਾਡੇ ਬੇਟੇ ਨੂੰ ਕਤਲ ਕਰਕੇ ਤੁਹਾਡੇ 2 ਬੱਚੇ ਜਿਹੜੇ ਹੈਗੇ ਨੇ ਉਹ ਯਤੀਮ ਕਰ ਦਿੱਤੇ, ਕੱਲਾ ਤੁਹਾਡਾ ਪੁੱਤਰ ਹੈਗਾ ਸੀ, ਵਜ਼ੀਰ ਆਲਾ ਪੰਜਾਬ ਨੂੰ ਕੀ ਮੁਤਾਲਬਾ ਕਰੋਗੇ? ਮੈਂ ਇਹੀ ਕਰਾਂਗੀ ਸਰ, ਮੈਂ ਉਹਦੇ ਛੋਟੀ ਮੈਨੂੰ ਇਨਸਾਫ ਮਿਲਣਾ ਚਾਹੀਦਾ। ਜਿਸ ਤਰ੍ਹਾਂ ਮੇਰੇ ਬੱਚੇ ਨਾਲ ਕੀਤਾ ਨੇ ਉਸ ਤਰ੍ਹਾਂ ਉਹਨਾਂ ਨੂੰ ਵੀ ਮਿਲਣਾ ਚਾਹੀਦਾ। ਸਾਡੀ ਤੇ ਉਹਨਾਂ ਨਾਲ ਦੁਸ਼ਮਣੀ ਵੀ ਕੋਈ ਨਹੀਂ ਸੀ, ਸਾਡੇ ਤੇ ਭਾਈਆਂ ਤਰ੍ਹਾਂ ਸਾਨੂੰ, ਉਹਨਾਂ ਸਾਡੇ ਨਾਲ ਸਹੀ ਨਹੀਂ ਕੀਤਾ। ਇਨਸਾਫ ਮਿਲੇ ਮੈਨੂੰ। भाईजान आप क्या कहेंगे, आपके साथ बहुत बड़ा यकीनन जुल्म हुआ है, 2 बच्चे यतीम हो गए हैं। जी ਸਰ ਅਸੀਂ ਵੀ ਰਿਕੁਐਸਟ ਹੀ ਕਰਾਂਗੇ ਵਜ਼ੀਰ ਆਲਾ ਪੰਜਾਬ ਦੇ ਅੱਗੇ, ਦੇਖੋ ਜੇ ਆਈਜੀ ਬੱਚੇ ਦਾ ਪੰਜਾਬ ਸ਼ਰਮ ਦੇ ਨਹੀਂ ਅੱਗੇ, ਵੇਖਿਆ ਜਾਂਦਾ। ਡੀਪੀਓ ਸਿਆਲਕੋਟ ਅੱਗੇ, ਸਭ ਅੱਗੇ ਰਿਕੁਐਸਟ ਕਰਾਂਗੇ ਵਜ਼ੀਰ ਆਲਾ ਪਾਕਿਸਤਾਨ ਅੱਗੇ ਕਿ ਸਾਨੂੰ ਇਨਸਾਫ ਚਾਹੀਦਾ, ਕਿਉਂਕਿ ਉਹ ਬਾਅਦ ਅਸਰ ਲੋਕ ਨੇ, ਅਸੀਂ ਮਜ਼ਦੂਰਦਾਰ ਗਰੀਬ ਆਦਮੀ ਆ, ਤੇ ਇਹੀ ਰਿਕੁਐਸਟ ਹੈ ਸਰ। जी बिल्कुल जी, इनका सिर्फ छोटा सा मुतालबा है कि हमें सिर्फ इंसाफ दिया जाए। इनके बेटे को, इकलौता बेटा इस माँ का, जो सिर्फ अपने मामूओं की लड़ाई ख़त्म करवाने की कोशिश कर रहा था, लेकिन उन जालिमों ने उसी को ख़त्म कर दिया। अभी भी जो मुलजमान हैं वो इस इलाके में दनदनाते फिर रहे हैं, लेकिन पुलिस इन मुलजमान को गिरफ़्तार करने में ताहाल नाकाम है। अब ये पुलिस की कारकर्दगी पर सवाल उठता है कि हम लाहौर से यहाँ इस गाँव में आ गए हैं, इस मज़लूम ख़ानदान की आवाज़ बनने के लिए। आपकी आंखों के सामने ये मुलजमान सरेआम लोगों की ज़मीनों पर कब्ज़े करते हैं, फिर उसके बाद उन पर फायरिंग करके उनको कत्ल कर देते हैं। वो मासूम 2 बच्चे जिनको यतीम कर दिया गया, जिनका बाप मेहनत मजदूरी करके अपने बच्चों को पालता था,
उसे क्या पता था कि आज का दिन जो है वो मेरा आखिरी दिन होगा। लेकिन इस माँ को आपसे गुजारिश है, वज़ीर आला पंजाब मरीम नवाज साहिबा, आप एक माँ हैं और ये माँ अपने बेटे के इंसाफ के लिए आपसे अपील कर रही है। अब देखना यह है कि ये मुल्ज़मान कब गिरफ्तार होते हैं और इस माँ को इंसाफ मिलता है या फिर अदालतों में ये माँ अपने बेटे के इंसाफ के लिए धक्के खाती रहेगी। कमेंट सेक्शन में अपनी राय का इजहार कीजिएगा। इसी के साथ इजाज़त दीजिए। अल्लाह निगहबान।